ਤੁਸੀਂ ਜੁੜ ਚੁੱਕੇ ਏਸ਼ੀਆ ਪੰਜਾਬੀ ਟੀਵੀ ਨਾਲ। ਮੈਂ ਗੁਰਦੇਵ ਸਿੰਘ ਭੱਟੀ। ਅੱਜ ਅਸੀਂ ਕਿਸਾਨ ਮੇਲੇ ਤੇ ਹਾਜ਼ਰ ਹੋਏ ਹਾਂ ਤੇ ਅਸੀਂ ਅੱਜ ਡਾਕਟਰ ਸਾਹਿਬ ਨੂੰ ਪੁੱਛਾਂਗੇ ਕਿ ਕਿਸਾਨ ਮੇਲਾ ਕਿਸ ਮੁੱਦੇ ਤੇ ਲਾਇਆ ਗਿਆ। ਅੱਜ ਦਾ ਕਿਸਾਨ ਮੇਲਾ ਜਿਹੜਾ ਉਹ ਅਸੀਂ ਵਿਸ਼ੇਸ਼ ਤੌਰ ਤੇ ਪਰਾਲੀ ਦੇ ਪ੍ਰਬੰਧਨ ਤੇ ਹਾੜੀ ਦੀਆਂ ਫਸਲਾਂ ਜਿੱਦਾਂ ਕਣਕ ਆ ਰਹੀ ਹੈ ਉਹਦੀ ਬਿਜਾਈ ਦੇ ਸੰਬੰਧ ਵਿੱਚ ਇਹ ਮੇਲਾ ਕਰਾ ਰਹੇ ਹਾਂ। ਮੇਲੇ ਦੇ ਵਿੱਚ PAU ਦੇ ਸਾਇੰਟਿਸਟ ਜਿਹੜੇ ਆ ਉਹ ਵੱਖ-ਵੱਖ ਫਸਲਾਂ ਤੇ ਆਪਣੀ ਜਾਣਕਾਰੀ ਜਿਹੜੀ ਕਿਸਾਨਾਂ ਨਾਲ ਸਾਂਝੀ ਕਰਨਗੇ। ਨਵੀਆਂ ਤਕਨੀਕਾਂ ਜਿਹੜੀਆਂ PAU ਵੱਲੋਂ ਕੱਢੀਆਂ ਗਈਆਂ ਉਹਦੇ ਬਾਰੇ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜਿਹੜੀ ਖਾਦ DAP ਦੀ ਸ਼ਾਰਟੇਜ ਕਿਸਾਨ ਕਹਿ ਰਹੇ ਆ, ਮੈਂ ਕਿਸਾਨਾਂ ਨੂੰ ਇਹ ਸੁਝਾਅ ਦਿਆਂਗਾ ਕਿ ਅਸੀਂ ਫਾਸਫੇਟ ਖਾਦਾਂ ਦਾ ਬਦਲ ਜਿਹੜਾ 3 ਬੋਰੇ ਸੁਪਰ ਦੇ ਪਾ ਕੇ ਉਹ ਘਾਟ ਅਸੀਂ ਪੂਰੀ ਕਰ ਸਕਦੇ ਹਾਂ। ਜ਼ਿਮੀਂਦਾਰ ਜਿਹੜੇ ਆ ਉਹ ਸਾਡਾ ਸਾਥ ਦੇਣ। ਹਰ ਇੱਕ ਮੁਸ਼ਕਿਲ ਜ਼ਿਮੀਂਦਾਰਾਂ ਦੀ ਅਸੀਂ ਹੱਲ ਕਰਨ ਲਈ ਸਾਡਾ ਮਹਿਕਮਾ ਤੱਤਪਰ ਹੈ। ਸਰ, ਅੱਜ ਬਿਜਾਈ ਚੱਲ ਰਹੀ ਹੈ ਕਣਕ ਦੀ ਤੇ ਕਿਸਾਨਾਂ ਨੂੰ ਦਿੱਕਤ ਆ ਰਹੀ ਹੈ DAP ਦੀ, ਤੇ ਇਹਦੇ ਬਾਰੇ ਕੀ ਕਹਿਣਾ? ਉਹਦੇ ਬਾਰੇ ਮੈਂ ਪਹਿਲਾਂ ਹੀ ਕਹਿ ਦਿੱਤਾ ਕਿ DAP ਦੀ ਸ਼ਾਰਟੇਜ ਜਿਹੜੀ ਹੈ, ਸਪਲਾਈ ਜਿਹੜੀ ਹੈ ਉਹ ਘੱਟ ਹੋ ਰਹੀ ਹੈ। ਉਹਦਾ ਬਦਲ ਮੈਂ ਪਹਿਲਾਂ ਹੀ ਦੱਸਿਆ ਕਿ ਅਸੀਂ DAP ਦੀਆਂ ਫਾਸਫੇਟ ਖਾਦਾਂ ਦੀਆਂ ਜਿੱਦਾਂ ਸੁਪਰ ਹੈ, NPK ਹੈ, NPK ਦਾ ਰੇਟ ਜ਼ਰੂਰ ਵੱਧ ਹੈ, ਪਰ ਉਹਦੀ ਜਗ੍ਹਾ ਅਸੀਂ ਸੁਪਰ ਦੇ 3 ਥੈਲੇ ਪਾ ਕੇ ਜਿਹੜੀ ਕਣਕ ਦੀ ਬਿਜਾਈ ਸਮੇਂ ਸਿਰ ਕਰ ਲਈਏ, ਅਸੀਂ ਕਣਕ ਦੀ ਬਿਜਾਈ ਤੋਂ ਜਿਹੜਾ ਲੇਟ ਨਾ ਹੋਈਏ। ਇਹ ਸਨ ਸਾਡੇ ਨਾਲ ਡਾਕਟਰ ਮਨਦੀਪ ਸਿੰਘ ਜੀ ਮਨਜੀਤ ਸਿੰਘ ਜੀ ਜਿਹੜੇ ਕਿ ਧੰਨਵਾਦ ਜੀ। ਮੈਂ ਮਨਪ੍ਰੀਤ ਸਿੰਘ ਉਪ ਮੰਡਲ ਭੂਮੀ ਰੱਖਿਆ ਅਫਸਰ ਕਪੂਰਥਲਾ। ਇੱਥੇ ਜਿਹੜੀ ਹੁਣ ਪ੍ਰਦਰਸ਼ਨੀ ਲਗਾਈ ਗਈ ਹੈ ਕਿਸਾਨ ਮੇਲੇ ਵਿੱਚ, ਇਹ ਲਾਈ ਅਸੀਂ ਸੂਖਮ ਸਿੰਚਾਈ ਸਿਸਟਮ ਤੇ ਤੁਪਕਾ ਤੇ ਫੁਹਾਰਾ ਸਿੰਚਾਈ ਸਿਸਟਮ ਉੱਤੇ ਪ੍ਰਦਰਸ਼ਨੀ ਲਗਾਈ ਗਈ ਹੈ ਜੀ। ਇਹਦੇ ਵਿੱਚ ਸਰਕਾਰ ਵੱਲੋਂ 80 ਤੋਂ 90% ਤੱਕ ਸਬਸਿਡੀ ਦਿੱਤੀ ਜਾ ਰਹੀ ਹੈ। ਉਹਦੇ ਪ੍ਰਚਾਰ ਲਈ ਇਹ ਲਾਇਆ ਗਿਆ। ਦਿਨੋਂ ਦਿਨ ਪਾਣੀ ਘਟਦਾ ਜਾ ਰਿਹਾ ਹੈ, ਇਹਦੇ ਬਾਰੇ ਤੁਸੀਂ ਬਹੁਤ ਵਧੀਆ ਉਪਰਾਲਾ ਕੀਤਾ ਹੈ ਤੇ ਹੋਰ ਵਿਸਤਾਰ ਨਾਲ ਵੀ ਸਾਨੂੰ ਜਾਣਕਾਰੀ ਦਿਓ। ਦੇਖੋ ਜੀ, ਇਹ ਜਿਹੜੀ ਵਿਧੀ ਆ, ਆਪਾਂ ਖੁੱਲ੍ਹਾ ਪਾਣੀ ਲਾਉਂਦੇ ਆ, ਆਡਾਂ ਨਾਲ ਪਾਉਂਦੇ ਆ। ਉਸ ਤੋਂ ਬਾਅਦ ਆਪਾਂ ਇੱਕ ਹੋਰ ਤਰੀਕਾ ਹੁੰਦਾ ਜਿਹੜਾ ਅੰਡਰਗਰਾਊਂਡ ਪਾਈਪਲਾਈਨ, ਉਹ ਪਾ ਕੇ ਲਾਉਂਦੇ ਆ ਤੇ ਉਹਦੇ ਨਾਲ ਵੀ ਜ਼ਮੀਨ ਦੀ ਵਿੱਚ ਜਿਹੜੀ ਆਪਣੇ ਬਚਤ ਹੁੰਦੀ ਹੈ ਤੇ ਪਾਣੀ ਦੀ ਬਚਤ ਹੁੰਦੀ ਹੈ। ਪਰ ਇਸ ਤਕਨੀਕ ਨਾਲ ਤੇ ਆਪਾਂ 40 ਤੋਂ ਲੈ ਕੇ ਤੇ 60% ਤੱਕ ਤਾਂ ਆਮ ਬਚਾਅ ਆਪਾਂ ਪਾਣੀ ਦਾ ਕਰ ਸਕਦੇ ਹਾਂ। ਜਿਹੜਾ ਪਾਣੀ ਹੁਣ ਆਪਾਂ ਨੂੰ ਸਾਰੇ ਇਲਾਕੇ ਦੇ ਵਿੱਚ ਘੱਟੋ ਘੱਟ ਫੁੱਟਾਂ ਦੇ ਵਿੱਚ ਆਪਾਂ ਲਾ ਲਈਏ ਤਾਂ 3 ਫੁੱਟ, ਇਸ ਤੋਂ ਵੀ ਵੱਧ ਕਿਸੇ ਇਲਾਕੇ 'ਚ ਕੋਈ ਔੜ ਲੱਗਦੀ ਆ ਉਸ ਤੋਂ ਵੀ ਵੱਧ ਪਾਣੀ ਹਰ ਸਾਲ ਜਾ ਰਿਹਾ। ਤੇ ਆਪਾਂ ਇਸ ਵਿਧੀ ਨਾਲ ਆਪਾਂ ਅਪਣਾਉਣ ਨਾਲ ਆਪਾਂ ਪਾਣੀ ਦੀ 60% ਤੱਕ ਬਚਤ ਕਰ ਸਕਦੇ ਹਾਂ ਤੇ ਝਾੜ ਦੇ ਵਿੱਚ ਵੀ ਵਾਧਾ ਹੁੰਦਾ ਤੇ ਪਾਣੀ ਦੀ ਬਚਤ ਹੁੰਦੀ ਹੈ। ਖਾਦਾਂ ਦੀ ਵੀ ਘੱਟ ਵਰਤੋਂ ਹੁੰਦੀ। ਕਿਹੜੀਆਂ ਫਸਲਾਂ ਲਈ ਇਹ ਤਕਨੀਕ ਲਾਗੂ ਹੈ? ਸਭ ਤੋਂ ਵਧੀਆ ਹੈ ਜੀ ਇਹ ਸਬਜ਼ੀਆਂ ਦੀ ਖੇਤੀ ਵਾਸਤੇ। ਉਸ ਤੋਂ ਇਲਾਵਾ ਹਰ ਕਿਸੇ ਫਸਲ ਤੇ ਇਹ ਸਿਸਟਮ ਲਾਏ ਜਾ ਸਕਦੇ ਆ। ਉਹਨੂੰ ਤਕਨੀਕ ਉਹਦੇ ਹਰ ਫਸਲ ਵਾਸਤੇ ਅਲੱਗ-ਅਲੱਗ ਤਰੀਕਾ ਲਾਉਣ ਦਾ ਹੈਗਾ। ਹਰ ਫਸਲ ਤੇ ਲਾਇਆ ਜਾ ਸਕਦਾ, ਚਾਹੇ ਉਹ ਮੱਕੀ ਹੋਵੇ, ਗੰਨਾ ਹੋਵੇ, ਕਣਕ ਹੋਵੇ, ਝੋਨਾ ਹੋਵੇ। ਬਾਗਾਂ ਵਾਸਤੇ ਤਾਂ ਇਸ ਤੋਂ ਉੱਤਮ ਤਕਨੀਕ ਹੀ ਕੋਈ ਨਹੀਂ। ਬਾਗਾਂ ਵਾਸਤੇ ਤੇ ਤੁਪਕਾ ਸਿੰਚਾਈ ਤੋਂ ਬਿਨਾਂ ਬਾਗ ਲਾਇਆ ਤੇ ਉਹ ਕੋਈ ਬਹੁਤਾ ਮਾਇਨੇ ਨਹੀਂ ਰੱਖਦਾ। ਉਹਦੀ ਨਾ ਤਾਂ ਬਹੁਤੀ ਉਪਜ ਹੁੰਦੀ ਆ, ਨਾ ਹੀ ਉਹ ਬਹੁਤਾ ਕਾਮਯਾਬ ਗਿਣਿਆ ਜਾਂਦਾ। ਇਸ ਕਰਕੇ ਇਹ ਲਗਭਗ ਸਾਰੀਆਂ ਫਸਲਾਂ ਵਾਸਤੇ ਇਹ ਕਾਮਯਾਬ। ਤੁਸੀਂ ਕਿਸਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੀ? ਮੈਂ ਇਹ ਸੰਦੇਸ਼ ਦੇਣਾ ਚਾਹੁੰਦਾ, ਇਹ ਹੁਣ ਸਰਕਾਰ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ, ਇਹ ਵੱਧ ਤੋਂ ਵੱਧ ਸਬਸਿਡੀ ਦਿੱਤੀ ਜਾ ਰਹੀ ਹੈ। ਵੱਧ ਤੋਂ ਵੱਧ ਜ਼ਿਮੀਂਦਾਰਾਂ ਨੂੰ ਇਹ ਹੁੰਗਾਰਾ ਭਰ ਕੇ ਇਸ ਤਕਨੀਕ ਨੂੰ ਅਪਣਾਉਣਾ ਚਾਹੀਦਾ। ਪਾਣੀ ਦੀ ਵਡਮੁੱਲੇ ਪਾਣੀ ਦੀ ਬਚਤ ਕੀਤੀ ਜਾਣੀ ਚਾਹੀਦੀ ਹੈ ਤੇ ਹੋਰ ਵੀ ਜਿਹੜੀਆਂ ਆਪਣੀਆਂ ਫਸਲਾਂ ਦੇ ਵਿੱਚ ਝਾੜ ਦੇ ਵਿੱਚ ਵਾਧਾ ਲੈ ਕੇ ਤੇ ਹੋਰ ਜਿਹੜੀਆਂ ਜ਼ਮੀਨ ਦੀ ਸਿਹਤ ਵਿੱਚ ਸੁਧਾਰ ਹੋਊਗਾ ਇਸ ਤਕਨੀਕ ਦੇ ਅਪਣਾਉਣ ਨਾਲ। ਉਹਨਾਂ ਨੂੰ ਅਪਣਾਉਣ ਲਈ ਉਹਨਾਂ ਨੂੰ ਸੰਦੇਸ਼ ਦੇਣਾ। ਪਰ ਝੋਨਾ ਤੇ ਬਹੁਤ ਪਾਣੀ ਮੰਗਦਾ, ਪਰ ਫੁਹਾਰੇ ਨਾਲ ਇਹ ਕੰਮ ਸਰ ਜੂ? ਝੋਨੇ ਦੇ ਵਿੱਚ ਦੇਖੋ ਹਰ ਜਿਹੜੀ ਆਪਾਂ ਹੁਣ ਤੁਸੀਂ ਪਹਿਲਾਂ ਆਪਾਂ ਇੱਕੋ ਤਕਨੀਕ ਨਾਲ ਝੋਨਾ ਲੱਗ ਰਿਹਾ ਸੀ, ਕੱਦੂ ਕਰਕੇ ਲਾਇਆ ਜਾ ਰਿਹਾ ਸੀ। ਹੁਣ ਆਪਾਂ ਇੱਕ ਸਿੱਧੀ ਬਿਜਾਈ ਵੀ ਕਰਤੀ, ਵੱਟਾਂ ਤੇ ਵੀ ਬਿਜਾਈ ਹੁੰਦੀ ਆ। ਇਸ ਤਕਨੀਕ ਵਿੱਚ ਹਾਲੇ ਹੁਣ ਹੀ ਆਪਣਾ ਸਾਡੇ ਮਹਿਕਮੇ ਵੱਲੋਂ ਇੱਕ ਲਗਾਇਆ ਗਿਆ ਸੀ ਪਲਾਟ, ਉਹਦੇ ਵਿੱਚ ਤੁਸੀਂ ਇਹ ਦੇਖੋ 20% ਤੱਕ ਵੱਧ ਝਾੜ ਲਿਆ ਗਿਆ ਤੇ ਤੁਪਕਾ ਸਿੰਚਾਈ ਨਾਲ ਹੀ ਉਹਨੂੰ ਖੇਤੀ ਹੋਈ। ਤੁਸੀਂ ਫੁਹਾਰਾ ਤੇ ਉਸ ਤੋਂ ਬਾਅਦ ਦੀ ਚੀਜ਼ ਆ ਜਿਹੜੀ ਤੁਪਕਾ ਤਾਂ ਬਿਲਕੁਲ ਜ਼ਮੀਨ ਦੇ ਉਹਦੇ ਵਿੱਚ ਆਪਣੇ ਬੂਟੇ ਦੇ ਮੁੱਢ ਦੇ ਵਿੱਚ ਪਾਣੀ ਦੇਣਾ ਉਹਨੇ। ਵਿਰਸਾ ਵਿਹਾਰ ਦੇ ਵਿੱਚ ਤੇ ਸਟਾਲ ਆਇਆ
ਮਹਿਕਮੇ ਨੇ, ਖੇਤੀਬਾੜੀ ਮਹਿਕਮੇ ਨੇ, ਪੀਓਈ ਲੁਧਿਆਣਾ ਤੋਂ ਸ਼ੇਖੂਪੁਰ ਬ੍ਰਾਂਚ ਦੇ ਵਿੱਚ ਡਾਕਟਰ ਪ੍ਰਦੀਪ ਜੀ ਡਿਊਟੀ ਹੈ, ਉਹ ਸਾਨੂੰ ਵਿਸਤਾਰ ਨਾਲ ਦੱਸਣਗੇ ਕਿ ਕੀ ਕਰ ਰਹੇ ਨੇ। ਪਿਆਰੇ ਕਿਸਾਨ ਵੀਰੋ, ਅੱਜ ਮਹਿਕਮਾ ਖੇਤੀਬਾੜੀ ਵੱਲੋਂ ਜ਼ਿਲ੍ਹਾ ਪੱਧਰ ਦਾ ਹਾੜੀ ਦੀਆਂ ਫਸਲਾਂ ਦਾ ਕਿਸਾਨ ਕੈਂਪ ਲਾਇਆ ਜਾ ਰਿਹਾ ਹੈ। ਮੈਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਫਾਰਮ ਸਲਾਹਕਾਰ ਕੇਂਦਰ ਦਾ ਇੰਚਾਰਜ ਦੇ ਰੂਪ ਵਿੱਚ ਆਪ ਜੀ ਨਾਲ ਮੁਖਾਤਬ ਹੈ। ਅਸੀਂ ਅੱਜ PAU ਦੀਆਂ ਤਕਨੀਕਾਂ ਦੀ ਇੱਥੇ ਸਟਾਲ ਲਾਈ ਹੈ, ਜਿਹਦੇ ਵਿੱਚ ਅਸੀਂ ਇਹ ਵਿਖਾਇਆ ਕਿ ਚਾਹੇ ਅੱਜ ਡਾਇਆ ਦੀ ਸ਼ਾਰਟੇਜ ਚੱਲ ਰਹੀ ਹੈ, ਪਰ ਕਣਕ ਦੇ ਖੇਤ ਵਿੱਚ ਜਿਹੜਾ ਅੱਧਾ ਬੋਰਾ ਡਾਇਆ ਦਾ ਮਿੱਟੀ ਦੇ ਵਿੱਚ ਪਿਆ, ਉਹਨੂੰ ਫਸਲ ਇਸਤੇਮਾਲ ਕਰ ਸਕੇ, ਇਹਦੇ ਵਾਸਤੇ ਅਸੀਂ ਇੱਕ ਕਣਕ ਦਾ ਟੀਕਾ ਲੈ ਕੇ ਆਏ ਹਾਂ। ਇਹ 40 ਰੁਪਏ ਦਾ ਸਿਰਫ ਟੀਕਾ, ਤੇ ਪਰ ਜਦੋਂ ਆਪਾਂ ਕਣਕ ਦੇ ਬੀਜ ਨੂੰ ਵਿਛਾ ਕੇ ਛਿੱਟਾ ਲਾ ਕੇ ਮਲ ਦਿੰਦੇ ਆ ਤੇ ਬਿਜਾਈ ਕਰ ਦਿੰਦੇ ਆ, ਤਾਂ ਇਹ ਮਿੱਟੀ ਦੇ ਵਿੱਚ ਜਿਹੜੀ ਜੰਮੀ ਹੋਈ ਫਾਸਫੋਰਸ ਹੈ ਉਹਨੂੰ ਐਕਟੀਵੇਟ ਕਰ ਦਿੰਦਾ, ਤੇ ਉਹ ਅੱਧਾ ਬੋਰਾ ਭਾਵ 25 ਕਿਲੋ ਜਿਹੜੀ ਫਾਸਫੋਰਸ ਹੈ ਉਹ ਕਣਕ ਦੀ ਫਸਲ ਨੂੰ ਮਿਲ ਜਾਂਦੀ ਹੈ। ਇਹਦੇ ਨਾਲ ਕਿਸਾਨ ਵੀਰਾਂ ਦੀ ਤਕਰੀਬਨ ਅੱਧਾ ਬੋਰਾ ਡਾਇਆ ਭਾਵ 560 ਰੁਪਏ ਦੀ ਬਚਤ ਵੀ ਹੁੰਦੀ ਹੈ। ਇਸ ਤੋਂ ਬਿਨਾਂ ਅਸੀਂ ਤਕਨੀਕ ਦਿਖਾਈ ਹੈ ਕਿ ਪਰਾਲੀ ਤੋਂ ਖਾਦ ਵੀ ਤਿਆਰ ਹੋ ਸਕਦੀ ਹੈ। ਬਾਇਓਮਾਸ ਪਲਾਂਟਾਂ ਦੇ ਵਿੱਚ ਇਹ ਬਹੁਤ ਤੱਤਾਂ ਨਾਲ ਭਰਪੂਰ ਹੁੰਦੀ ਹੈ। ਇਸ ਲਈ ਕਿਸਾਨ ਵੀਰਾਂ ਨੂੰ ਅਸੀਂ ਕਹਿੰਦੇ ਹਾਂ ਕਿ ਪਰਾਲੀ ਨੂੰ ਅੱਗ ਨਾ ਲਾਓ, ਉਹਨੂੰ ਵਿੱਚ ਮਿਲਾਓ, ਤਾਂ ਕਿ ਉਹ 3-4 ਮਹੀਨੇ ਵਿੱਚ ਖਾਦ ਦਾ ਰੂਪ ਲੈ ਕੇ ਉਹਨੂੰ ਤੱਤ ਦੇ ਸਕੇ ਤੇ ਮਿੱਟੀ ਦਾ ਜੈਵਿਕ ਮਾਦਾ ਤੇ ਛੋਟੇ ਵੱਡੇ ਤੱਤਾਂ ਦੀ ਘਾਟ ਨਾ ਆਵੇ ਤੇ ਭਰਪੂਰ ਝਾੜ ਆਵੇ। ਇਸ ਤੋਂ ਬਿਨਾਂ ਅਸੀਂ ਕਿੱਟਾਂ ਵੀ ਲੈ ਕੇ ਆਏ ਆ। ਇਹ 100 ਰੁਪਏ ਦੀ ਸਬਜ਼ੀਆਂ ਦੇ ਬੀਜਾਂ ਦੀ ਕਿੱਟ ਹੈ, ਜਿਹਦੇ ਵਿੱਚ ਕਿਸਾਨ ਵੀਰ ਘਰ ਦੀ ਬਗੀਚੇ 'ਚ ਜ਼ਹਿਰ ਮੁਕਤ ਸਬਜ਼ੀਆਂ ਉਗਾ ਕੇ ਖਾ ਸਕਦੇ ਹਨ। ਇਸ ਤੋਂ ਬਿਨਾਂ ਅਸੀਂ ਪ੍ਰਕਾਸ਼ਨਾਵਾਂ ਲੈ ਕੇ ਆਏ ਆ। PAU ਦੀਆਂ ਕੁੱਜੇ ਵਿੱਚ ਸਮੁੰਦਰ ਬੰਦ ਕੀਤਾ ਹੋਇਆ, ਹਾੜੀ ਦੀਆਂ ਫਸਲਾਂ ਦੀਆਂ ਸਾਰੀਆਂ ਤਕਨੀਕਾਂ, ਸਾਰੀਆਂ ਕਿਸਮਾਂ ਬਾਰੇ ਜਿਹੜਾ ਹੈ ਕਿਸਾਨ ਵੀਰਾਂ ਨੂੰ ਅਸੀਂ ਇਹਦੇ 'ਚ ਜਾਣਕਾਰੀ ਦਿੱਤੀ ਹੈ। ਇਹ ਸਿਰਫ 70 ਰੁਪਏ ਦੇ ਵਿੱਚ ਹੀ ਉਹ ਆਪ ਘਰ ਬੈਠ ਕੇ ਗਿਆਨ ਦੇ ਸਮੁੰਦਰ ਵਿੱਚ ਟੁੱਬੀਆਂ ਲਾ ਸਕਦੇ ਆ, ਤੇ ਸਾਰੀ ਜਾਣਕਾਰੀ ਸਾਰੇ ਡਾਕਟਰਾਂ ਦੇ ਨੰਬਰ ਇਹਦੇ ਵਿੱਚ ਨੇ। ਇਹ ਬਹੁਤ ਹੀ ਵਧੀਆ ਇੱਕ ਗਾਗਰ ਦੇ ਵਿੱਚ ਸਾਗਰ ਦਾ ਕੰਮ ਕਰਦੀ ਹੈ ਕਿਸਾਨ ਵੀਰ। ਇਸ ਤੋਂ ਬਿਨਾਂ ਅਸੀਂ ਫਲਾਂ ਦੀ ਕਿਤਾਬ ਵੀ ਲੈ ਕੇ ਆਏ ਹਾਂ। ਕਿਸਾਨ ਵੀਰ ਜਿਹੜੇ ਨੇ ਉਹ ਰਵਾਇਤੀ ਫਸਲਾਂ ਦੇ ਨਾਲ ਫਲਾਂ ਦੀ ਕਾਸ਼ਤ ਵੀ ਕਰਨ ਤੇ ਫਸਲੀ ਵਿਭਿੰਨਤਾ ਵੱਲ ਜਾਂਦੇ ਹੋਏ ਆਪਣੀ ਆਮਦਨ ਦੇ ਵਿੱਚ ਇਜ਼ਾਫਾ ਕਰ ਸਕਦੇ ਨੇ। ਤੇ ਸਾਡੀਆਂ ਸੇਵਾਵਾਂ ਨੇ ਜਿਹੜੀਆਂ ਸੈਂਪਲ ਲੈ ਕੇ ਆਉਣ, ਅਸੀਂ ਉਹਨਾਂ ਨੂੰ ਘਾਟ ਕੋਈ ਵੀ ਹੋਵੇ ਉਹਦਾ ਬਾਰੇ ਚਾਨਣਾ ਪਾਵਾਂਗੇ, ਮਦਦ ਕਰਾਂਗੇ, ਤਾਂ ਕਿ ਉਹਦਾ ਹੱਲ ਕਰਕੇ ਅਸੀਂ ਉਹਨਾਂ ਦੇ ਖੇਤਾਂ ਦੇ ਵਿੱਚ ਵੀ ਜਾ ਕੇ ਉਹਨਾਂ ਨੂੰ ਗਾਈਡ। ਤੁਸੀਂ ਜੁੜ ਚੁੱਕੇ ਏਸ਼ੀਆ ਪੰਜਾਬੀ ਟੀਵੀ ਨਾਲ, ਮੈਂ ਗੁਰਦੇਵ ਸਿੰਘ ਭੱਟੀ। ਅੱਜ ਅਸੀਂ ਯਾਰਾ ਯੂਰੀਆ ਫਰਟੀਲਾਈਜ਼ਰ ਵਾਲਿਆਂ ਨਾਲ ਗੱਲਬਾਤ ਕਰਾਂਗੇ। ਸਰਦਾਰ ਪ੍ਰਦੀਪ ਸਿੰਘ ਨਾਲ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸੋ ਮੈਂ ਪ੍ਰਦੀਪ ਸਿੰਘ ਯਾਰਾ ਫਰਟੀਲਾਈਜ਼ਰ ਤੋਂ ਰੀਜਨਲ ਐਗਰੋਨੋਮਿਸਟ। ਅੱਜ ਆਪਾਂ ਇੱਥੇ ਮੇਲੇ ਦੇ ਵਿੱਚ ਜੁੜੇ ਹਾਂ, ਕਪੂਰਥਲਾ ਮੇਲੇ ਦੇ ਵਿੱਚ, ਕਿਸਾਨ ਮੇਲੇ ਦੇ ਵਿੱਚ। ਸੋ ਇਹ ਯਾਰਾ ਫਰਟੀਲਾਈਜ਼ਰ ਇਹ ਬੇਸਿਕਲੀ ਨਾਰਵੇ ਕੰਟਰੀ ਦੀ ਕੰਪਨੀ ਹੈ, ਨਾਰਵੇ ਬੇਸ ਕੰਪਨੀ ਹੈ ਔਰ ਮਲਟੀਨੈਸ਼ਨਲ ਕੰਪਨੀ ਹੈ। 160 ਤੋਂ ਵੱਧ ਮੁਲਕਾਂ ਦੇ ਵਿੱਚ ਇਹ ਕੰਪਨੀ ਕਾਰੋਬਾਰ ਕਰ ਰਹੀ ਹੈ ਔਰ ਅੱਡ-ਅੱਡ ਮੁਲਕਾਂ ਦੇ ਵਿੱਚ ਇਸ ਕੰਪਨੀ ਦੇ ਪਲਾਂਟ ਹੈਗੇ ਨੇ। ਲਗਭਗ 50 ਤੋਂ ਵੱਧ ਪਲਾਂਟ ਨੇ ਅੱਡ-ਅੱਡ ਕੰਟਰੀਆਂ ਦੇ ਅੰਦਰ। ਔਰ ਇਹ ਕੰਪਨੀ ਜਿਹੜੀ ਹੈ ਬੈਲੈਂਸ ਖੁਰਾਕੀ ਤੱਤ ਦੇ ਉੱਪਰ ਖਾਸ ਤੌਰ ਤੇ ਵਿਸ਼ਵਾਸ ਰੱਖਦੀ ਹੈ ਵੀ ਜ਼ਿਮੀਂਦਾਰ ਜਦੋਂ ਵੀ ਵਰਤਣ ਬੈਲੈਂਸ ਖੁਰਾਕੀ ਤੱਤ ਵਰਤਣ। ਔਰ ਇਸ ਕੰਪਨੀ ਦੇ ਕੋਲ ਜਿਹੜੀ ਕਲਾ ਹੈਗੀ ਹੈ 3 ਤਰੀਕੇ ਦੀ ਹੈ। ਇੱਕ ਤਾਂ ਇਹ ਹੈਗਾ ਵੀ ਇਹ ਖੁਰਾਕੀ ਤੱਤ ਇਸ ਤਰੀਕੇ ਦੇ ਤਿਆਰ ਕਰਦੀ ਹੈ ਜਿਹਨੂੰ ਆਪਾਂ ਬੀ ਦੇ ਉੱਪਰ ਵੀ ਚੜਾ ਸਕਦੇ ਹਾਂ। ਸੋ ਉਹਦੇ ਵਿੱਚ ਇੱਕ ਪ੍ਰੋਡਕਟ ਆਪਣਾ ਟੈਪਰੋਸਿਨ ਕਰਕੇ, ਯਾਰਾਵੀਟਾ ਟੈਪਰੋਸਿਨ ਕਰਕੇ ਲਾਂਚ ਕੀਤਾ। ਉਹਨੂੰ ਅਸੀਂ 6 ਤੋਂ 8 ml ਕਿਸੇ ਵੀ ਬੀ ਦੇ ਉੱਪਰ ਲਗਾ ਕੇ ਆਪਣਾ ਕਣਕਾਂ ਦਾ ਹੋ ਗਿਆ, ਮੱਕੀ ਦਾ ਹੋ ਗਿਆ, ਅੱਡ-ਅੱਡ ਮਟਰਾਂ ਦਾ ਹੋ ਗਿਆ, ਮੂੰਗੀ ਦੇ ਵਿੱਚ ਹੋ ਗਿਆ, ਉਹਨੂੰ ਲਗਾ ਕੇ ਆਪਾਂ ਬੀਜ ਸਕਦੇ ਹਾਂ। ਇਸੇ ਤਰੀਕੇ ਨਾਲ ਹੋਰ ਜਿਹੜੇ ਕੁਝ ਖੁਰਾਕੀ ਤੱਤ ਇਸ ਤਰ੍ਹਾਂ ਦੇ ਨੇ ਵੀ ਜਿਨ੍ਹਾਂ ਨੂੰ ਇਹ ਕੋਟਿੰਗ ਕਰ ਸਕਦੀ ਹੈ, ਦਾਣੇ ਦੇ ਉੱਪਰ, ਯੂਰੀਆ ਦੇ ਦਾਣੇ ਦੇ ਉੱਪਰ ਕੋਟਿੰਗ ਕਰਕੇ ਵੀ ਦੇ ਸਕਦੀ ਹੈ। ਕੁਝ ਖੁਰਾਕੀ ਤੱਤ ਇਸ ਤਰ੍ਹਾਂ ਨੇ ਜਿਨ੍ਹਾਂ ਨੂੰ ਲਿਕੁਇਡ ਫਾਰਮ ਦੇ ਵਿੱਚ ਦਿੰਦੀ ਹੈ। ਯਾਰਾਵੀਟਾ ਜਿੰਟਰੈਕ ਹੋ ਗਿਆ, ਜ਼ਿੰਕ ਨੂੰ ਪਿਓਰ ਫਾਰਮਾਸਿਊਟੀਕਲ ਗ੍ਰੇਡ ਜ਼ਿੰਕ ਦੇ ਵਿੱਚ ਇਹ ਦਿੰਦੀ ਹੈ। ਯਾਰਾਵੀਟਾ ਬੋਟਰੈਕ ਹੋ ਗਿਆ, ਬੋਰੋਨ ਹੈਗਾ ਹੈ ਜਿਵੇਂ। ਸੋ ਅੱਡ-ਅੱਡ ਔਰ ਕੁਝ ਘੁਲਣਸ਼ੀਲ ਜਿਵੇਂ ਵਾਟਰ ਸੋਲੂਬਲ ਫਰਟੀਲਾਈਜ਼ਰ ਨੇ, ਉਹਦੇ ਵਿੱਚ ਆਪਣਾ ਇਹ ਜਿਹੜੀ ਆ ਰੇਂਜ ਪਈ ਹੋਈ ਹੈ ਸਾਰੀ ਕ੍ਰਿਸਟਾ ਕੇ ਰੇਂਜ ਦੇ ਵਿੱਚ ਇਹ ਫਰਟੀਲਾਈਜ਼ਰਸ ਨੇ। ਇਸ ਤੋਂ ਇਲਾਵਾ ਕੈਲਸ਼ੀਅਮ ਬੇਸ ਜਿਹੜੇ ਹੈਗੀ ਹੈ, ਇਹ ਕੰਪਨੀ ਮਦਰ ਕੰਪਨੀ ਜਦੋਂ ਸਟਾਰਟ ਹੋਈ ਹੈ, ਸੋ ਸਭ ਤੋਂ ਪਹਿਲੇ ਇਸ ਕੰਪਨੀ ਨੇ ਕੈਲਸ਼ੀਅਮ ਨਾਈਟ੍ਰੇਟ ਜਿਹੜਾ ਹੈਗਾ ਇਜਾਦ ਕੀਤਾ ਸੀ। ਔਰ ਇਹ ਯਾਰਾ ਲਿਵਾ ਨਾਈਟਰਾਬੋਰ ਕਰਕੇ ਜਿਹੜਾ ਹੈਗਾ ਇਹ ਕੈਲਸ਼ੀਅਮ ਨਾਈਟ੍ਰੇਟ ਜਿਹੜੀ ਹੈ ਵਿਦ ਬੋਰੋਨ ਵਿਦ ਕੋਟਿੰਗ ਵਾਲਾ ਦੇ ਰਹੀ ਹੈ। ਔਰ ਇਹ ਕੰਪਨੀ ਬੇਸਿਕਲੀ ਖੁਰਾਕ ਦਾ ਜਿਹੜਾ ਸ਼ਡਿਊਲ ਹੈ ਹਰ ਇੱਕ ਫਸਲ ਵਾਸਤੇ ਬਣਾ ਕੇ ਦਿੰਦੀ ਹੈ, ਜਿਹਨੂੰ ਅਸੀਂ ਕ੍ਰੌਪ ਪਲਾਨ ਕਹਿੰਦੇ ਹਾਂ। ਅਗਰ ਕੋਈ ਜ਼ਿਮੀਂਦਾਰ ਇਸ ਕੰਪਨੀ ਦੇ ਨਾਲ ਜੁੜਨਾ ਚਾਹੁੰਦਾ ਹੈ ਤਾਂ ਉਹ ਆਪਣਾ ਜਿਹੜੀ ਵੀ ਫਸਲ ਬਿਜਾਈ ਕਰਨਾ ਚਾਹੁੰਦਾ ਹੁੰਦਾ ਉਹ ਸ਼ਡਿਊਲ ਜਿਹੜਾ ਹੈਗਾ ਕੰਪਨੀ ਦੇ ਨੁਮਾਇੰਦਿਆਂ ਕੋਲੋਂ ਲਵੇ ਔਰ ਉਸ ਸ਼ਡਿਊਲ ਮੁਤਾਬਕ ਅਗਰ ਉਹ ਚੱਲਦਾ 10 ਤੋਂ 15% ਪੈਦਾਵਾਰ ਬੜੇ ਆਰਾਮ ਨਾਲ ਉਹ ਆਪਣੀ ਜਿਹੜੀ ਹੈ ਵਧਾ ਸਕਦਾ ਹੈ। ਇਹ ਕਿੰਨੇ ਦੇਸ਼ਾਂ ਦੇ ਵਿੱਚ ਤੇ ਕਿੰਨੇ ਪਲਾਂਟ ਚੱਲਦੇ? ਇਹ 160 ਤੋਂ ਵੱਧ ਮੁਲਕਾਂ ਦੇ ਵਿੱਚ ਜਿਹੜਾ ਹੈਗਾ ਇਸ ਕੰਪਨੀ ਦਾ ਕਾਰੋਬਾਰ ਹੈਗਾ।
ਔਰ 50 ਤੋਂ ਵੱਧ ਜਿਹੜੇ ਹੈਗੇ ਨੇ ਪਲਾਂਟ ਜਿਹੜੇ ਨੇ ਅੱਡ-ਅੱਡ ਕੰਟਰੀਆਂ ਦੇ ਵਿੱਚ ਹੈਗੇ ਨੇ ਔਰ ਜਿੰਦੇ ਵਿੱਚ ਯੂਰੀਆ ਦੇ ਪਲਾਂਟ ਨੇ, 11 ਲਿਵਾ ਦੇ ਪਲਾਂਟਸ ਨੇ, 11 ਮਿਲਾ ਕੰਪਲੈਕਸ ਦੇ ਪਲਾਂਟਸ ਹੈਗੇ ਨੇ, ਅੱਡ-ਅੱਡ ਕੰਟਰੀਆਂ ਦੇ ਵਿੱਚ ਇਹ ਕਾਰੋਬਾਰ ਕਰ ਰਹੀ ਹੈ। ਔਰ ਇਹ ਬੇਸਿਕਲੀ ਕੰਪਨੀ ਦਾ ਜਿਹੜਾ ਹੈਗਾ ਇਹ ਗਲੋਬਲ ਗੈਪ ਸਰਟੀਫਾਈਡ ਕੰਪਨੀ ਹੈ। ਗਲੋਬਲ ਗੈਪ ਸਰਟੀਫਾਈਡ ਕੰਪਨੀ ਦਾ ਮਤਲਬ ਇਹ ਹੋ ਗਿਆ ਵੀ ਜਿਹੜੇ ਵੀ ਪ੍ਰੋਡਕਟ ਨੇ ਜਿਹੜੇ ਇਹ ਫਾਰਮੂਲੇਟ ਹੋਏ ਨੇ, ਜਿਹੜੇ ਬਣੇ ਨੇ, ਇਹਦੇ ਵਿੱਚ ਇਹ ਜਦੋਂ ਫਾਰਮਰ ਯੂਜ਼ ਕਰੇਗਾ ਇਹਦੇ ਨਾਲ ਤਿਆਰ ਕੋਈ ਅਨਾਜ ਜਾਂ ਸਬਜ਼ੀਆਂ ਜਾਂ ਫਲ ਜਿਹੜੇ ਨੇ, ਅਗਰ ਉਹ ਆਪਾਂ ਐਕਸਪੋਰਟ ਕਰਨੇ ਆ ਉਹਦੇ 'ਚ ਕਈ ਤਰੀਕੇ ਦੇ ਭਾਰੀ ਤੱਤਾਂ ਦਾ ਜਿਹੜਾ ਹੈਗਾ ਉਹ ਦਿੱਕਤ ਆਉਂਦੀ ਹੈ। ਜਿਵੇਂ ਆਪਾਂ ਨੂੰ ਐਕਸਪੋਰਟ ਕਰਨ ਲੱਗਿਆ ਤਾਂ ਉਹ ਉਹਦੇ ਵਿੱਚ ਗਲੋਬਲ ਗੈਪ ਸਰਟੀਫਾਈਡ ਕੰਪਨੀ ਹੈ। ਅਸੀਂ ਉਹਨਾਂ ਨੂੰ ਫਾਰਮਰਸ ਨੂੰ ਟ੍ਰੇਨਿੰਗ ਦੇ ਕੇ ਅਸੀਂ ਉਹਨਾਂ ਨੂੰ ਜਿਹੜਾ ਹੈਗਾ ਸਰਟੀਫਾਈਡ ਵੀ ਕਰ ਸਕਦੇ ਹਾਂ, ਗਲੋਬਲ ਗੈਪ ਸਰਟੀਫਿਕੇਟ ਦੇ ਸਕਦੇ ਹਾਂ। ਅਗਰ ਫਾਰਮਰ ਆਫ ਗਰੁੱਪ ਨੇ ਅਗਰ ਐਕਸਪੋਰਟ ਕਰਨਾ ਤਾਂ ਉਹ ਆਪਣਾ ਉਹ ਸਰਟੀਫਿਕੇਟ ਟ੍ਰੇਨਿੰਗ ਲੈ ਕੇ ਤੇ ਸਰਟੀਫਾਈਡ ਹੋ ਸਕਦੇ, ਜਿਵੇਂ ਮਹਾਰਾਸ਼ਟਰ ਦੇ ਫਾਰਮਰ ਕਰਦੇ ਨੇ। ਇਸ ਵੇਲੇ ਕਣਕ ਦੀ ਬਿਜਾਈ ਚੱਲ ਰਹੀ ਹੈ ਤੇ ਡਾਇਆ ਦੀ ਕਿਸਾਨਾਂ ਨੂੰ ਬਹੁਤ ਦਿੱਕਤ ਆ ਰਹੀ ਹੈ। ਕੀ ਤੁਸੀਂ ਤੁਹਾਡੀ ਕੰਪਨੀ ਡਾਇਆ ਦੇ ਵੀ ਪਲਾਂਟ ਲਾਏਗੀ? ਦੇਖੋ ਇਸ ਤਰ੍ਹਾਂ ਡਾਇਆ ਦਾ ਤਾਂ ਨਹੀਂ ਪਲਾਂਟ ਲਗਾ ਰਹੀ ਹੈ ਤੇ ਲੇਕਿਨ ਇਹ ਹੈਗਾ ਵੀ ਐਨਪੀਕੇ ਦੇ ਕੁਝ ਗ੍ਰੇਡਸ ਨੇ ਜਿਹੜੀ ਯਾਰਾ ਕੰਪਨੀ ਫਾਰਮੂਲੇਟ ਕਰਦੀ ਹੈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਅਗਲੇ ਸਾਲਾਂ ਦੇ ਵਿੱਚ ਅਸੀਂ ਕੁਝ ਗ੍ਰੇਡ ਇਸ ਤਰ੍ਹਾਂ ਦੇ ਵੀ ਲੈ ਕੇ ਆਵਾਂਗੇ ਜਿੰਦੇ 'ਚ ਡੀਏਪੀ ਦੀ ਜਿਹੜੀ ਹੈ ਥੋੜੀ ਜਿਹੀ ਪਰਸੈਂਟੇਜ ਠੀਕ ਠਾਕ ਹੋਵੇ, ਜਿਵੇਂ 20 ਆਉਂਦਾ ਹੈ ਜਾਂ ਹੋਰ ਗ੍ਰੇਡਸ ਹੈਗੀਆਂ ਨੇ ਐਨਪੀਕੇ ਦੀਆਂ, ਉਸ ਤਰੀਕੇ ਦੀਆਂ। ਅਜੇ ਹਾਲ ਫਿਲਹਾਲ ਦੇ ਵਿੱਚ ਅਸੀਂ ਸਿਰਫ ਇੱਕ 12, 11, 18 ਗ੍ਰੇਡ ਹੈ ਜਿੰਦੇ 'ਚ 11% ਜਿਹੜਾ ਹੈਗਾ ਫਾਸਫੋਰਸ ਹੈਗਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣਾ ਰਜਿਸਟ੍ਰੇਸ਼ਨ ਪ੍ਰੋਸੈਸ ਕੰਪਲੀਟ ਕੀਤਾ ਡੀਏਪੀ ਵਾਸਤੇ ਜਾਂ ਹੋਰ ਐਨਪੀਕੇ ਗ੍ਰੇਡਸ ਦਾ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪਲਾਨਿੰਗ ਕਰ ਰਹੇ ਹਾਂ ਵੀ ਲੈ ਕੇ ਆਵਾਂਗੇ। ਇਹ ਸਨ ਸਾਡੇ ਨਾਲ ਸਰਦਾਰ ਪ੍ਰਦੀਪ ਸਿੰਘ ਜਿਨ੍ਹਾਂ ਨੇ ਵੱਖ-ਵੱਖ ਖਾਦਾਂ ਬਾਰੇ ਆਪਣੀ ਕੰਪਨੀ ਦੀਆਂ ਪਲਾਂਟ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਸਾਡਾ ਮਿੱਟੀ ਦੀ ਜਾਂਚ ਵਾਸਤੇ, ਪਾਣੀ ਦੀ ਜਾਂਚ ਵਾਸਤੇ ਜਾਂ ਪੱਤੇ ਦੀ ਜਾਂਚ ਵਾਸਤੇ ਜਿਹੜਾ ਹੈਗਾ ਸਾਡੀ ਲੈਬੋਰੇਟਰੀ ਹੈਗੀ ਹੈ ਬਬਰਾਲਾ ਦੇ ਵਿੱਚ। ਸੋ ਅਗਰ ਫਾਰਮਰ ਜਿਹੜੇ ਹੈਗੇ ਨੇ ਉਹ ਮਿੱਟੀ ਦੀ ਜਾਂਚ ਕਰਵਾਉਣਾ ਚਾਹੁੰਦੇ ਨੇ ਤਾਂ ਉਹਦੇ ਵਿੱਚ ਅਸੀਂ ਕੰਪਲੀਟ ਮਿੱਟੀ ਦੀ ਜਾਂਚ ਵੀ ਜਿਹੜੀ ਹੈ ਉਹਨਾਂ ਨੂੰ ਕਰਵਾ ਕੇ ਦਿੰਦੇ ਹਾਂ ਤਾਂ ਕਿ ਉਹ ਮਿੱਟੀ ਦੀ ਜਾਂਚ ਦੇ ਮੁਤਾਬਕ ਹੀ ਜਿਹੜਾ ਹੈਗਾ ਉਹ ਆਪਣੇ ਖਾਦਾਂ ਦੀ ਵਰਤੋਂ ਕਰਨ। ਸੋ ਉਹਦੀ ਉਹ ਸਰਵਿਸ ਵੀ ਸਾਡੇ ਕੋਲ ਅਵੇਲੇਬਲ ਹੈਗੀ ਹੈ, ਉਹ ਸਾਡੇ ਨਾਲ ਸੰਪਰਕ ਕਰ ਸਕਦੇ ਨੇ। ਅਗਰ ਕੋਈ ਫਾਰਮਰ ਮਿੱਟੀ ਦੀ ਜਾਂਚ ਪੇਡ ਬੇਸਿਸ ਤੇ ਕਰਵਾਉਣਾ ਚਾਹੁੰਦੇ ਨੇ ਤਾਂ ਉਹ ਸਰਵਿਸ ਹੈ ਸਾਡੇ ਕੋਲ। ਮੇਰੇ ਨਾਲ ਕੈਮਰਾਮੈਨ ਹੈਪੀ ਜੀ, ਮੈਂ ਗੁਰਦੇਵ ਸਿੰਘ ਭੱਟੀ। ਕਿਸਾਨ ਮੇਲੇ ਦੇ ਵਿੱਚ ਕਿਸਾਨ ਸਨਮਾਨਿਤ ਹੋ ਰਹੇ ਨੇ। ਅਸੀਂ ਗੱਲ ਕਰਾਂਗੇ ਚੀਮਾ ਸਾਹਿਬ ਨਾਲ ਜੋ ਕਿ ਬਲਾਕ ਨਡਾਲਾ ਦੇ ਨੇ ਆਗੂ ਕਿਸਾਨ, ਤੇ ਅਸੀਂ ਇਹਨਾਂ ਤੋਂ ਪੁੱਛਾਂਗੇ ਕਿ ਤੁਹਾਨੂੰ ਸਨਮਾਨਿਤ ਕੀਤਾ ਗਿਆ ਹੈ, ਕੀ ਵਜ੍ਹਾ? ਮੇਰੇ ਸਨਮਾਨ ਦੀ ਵਜ੍ਹਾ ਲਗਭਗ 7 ਸਾਲ ਤੋਂ ਮੈਂ ਪਰਾਲੀ ਨੂੰ ਅੱਗ ਨਹੀਂ ਲਾਈ ਜੀ। ਅੱਗ ਲਗਾਉਣ ਤੋਂ ਬਿਨਾਂ ਮੈਂ ਫਸਲ ਬੀਜ ਰਿਹਾ, ਜਿਹਦਾ ਕਰਕੇ ਮੈਨੂੰ ਸਨਮਾਨਿਤ ਕੀਤਾ ਗਿਆ। ਤੇ ਜਿਹੜੀ ਡਾਇਆ ਦੀ ਕਿਲਤ ਆ ਰਹੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਡਾਇਆ ਦੀ ਕਿਲਤ ਆਪਾਂ ਐਨਪੀਕੇ 12 16 ਪਾ ਕੇ ਪੂਰੀ ਕਰ ਸਕਦੇ ਹਾਂ, 3 ਬੈਗ ਸੁਪਰ ਪਾ ਕੇ ਪੂਰੀ ਕਰ ਸਕਦੇ ਹਾਂ। ਸਾਰਾ ਹੱਲ ਹੈਗਾ ਜੀ ਉਹਦਾ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਧੰਨਵਾਦ ਤੁਹਾਡਾ। ਕਿਸਾਨ ਮੇਲੇ ਤੇ ਸਰਦਾਰ ਜੀ ਇੱਕ ਕਿਸਾਨ ਆਗੂ ਬੋਲਣਾ ਚਾਹੁੰਦੇ ਨੇ, ਦੱਸਣਗੇ ਕਿਸਾਨ ਮੇਲੇ ਤੇ ਕੀ ਕੀ। ਅੱਜ ਦੇ ਕਿਸਾਨ ਮੇਲੇ ਤੇ ਪਹੁੰਚੇ ਕਿਸਾਨ ਵੀਰ ਔਰ ਅਫਸਰ ਸਾਹਿਬਾਨ, ਮੈਂ ਉਹਨਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਮੈਨੂੰ ਕੋਈ 10-11 ਸਾਲ ਹੋ ਗਏ ਇਸ ਮੇਲਿਆਂ 'ਚ ਆਉਂਦੇ ਨੂੰ। ਉੱਥੇ ਇਹੋ ਹੀ ਮੁੱਦਾ ਰਹਿੰਦਾ ਵੀ ਪਰਾਲੀ ਨੂੰ ਅੱਗ ਨਹੀਂ ਲਾਉਣੀ ਤੇ ਜਿਹੜੇ ਰਹਿੰਦ ਖੂੰਹਦ ਉਹਨੂੰ ਅੱਗ ਨਹੀਂ ਲਾਉਣੀ। ਸਰਕਾਰ ਸਬਸਿਡੀ ਦੇ ਏਡੀ ਵੱਡੀ ਮਸ਼ੀਨਰੀ ਦੇ ਰਹੀ ਆ ਤੇ ਜੇ ਇਲਾਕੇ ਦੇ ਵਿੱਚ ਜ਼ਿਲ੍ਹਾ ਕਪੂਰਥਲਾ ਦੇ ਵਿੱਚ ਇੱਕ ਗੱਤਾ ਫੈਕਟਰੀ ਲਾ ਦੇਣ, ਇੱਕ ਨਰੇਗਾ ਵਾਲਿਆਂ ਨੂੰ ਵੀ ਰੁਜ਼ਗਾਰ ਮਿਲ ਸਕਦਾ ਤੇ ਕਿਸਾਨਾਂ ਨੂੰ ਵੀ ਇਹਦਾ ਫਾਇਦਾ ਹੋ ਸਕਦਾ। ਅਸੀਂ ਮਸ਼ੀਨਰੀ ਜ਼ਰੂਰ ਦੇਈ ਚਾਹੁੰਦੇ ਹਾਂ, ਲੇਕਿਨ ਉਹ ਪਾਣੀ 'ਚ ਮਧਾਣੀ ਪਾਈ ਆ, ਨਾ ਉਹ 'ਚੋਂ ਕੁਝ ਨਿਕਲਦਾ, ਅੱਗ ਵੀ ਲੱਗੀ ਜਾਂਦੀ ਆ। ਤੇ ਜੇ ਉਹੀ ਗੱਤਾ ਮਿੱਲ ਲਾਈ ਜਾਵੇ ਇੱਥੇ ਤੇ ਜਿਹੜਾ ਰਹਿੰਦ ਖੂੰਹਦ ਹੈ ਉਹਦੇ ਵਿੱਚ ਪਹੁੰਚ ਜਾਵੇ ਤਾਂ ਸਰਕਾਰ ਨੂੰ ਵੀ ਫਾਇਦਾ ਤੇ ਕਿਸਾਨਾਂ ਨੂੰ ਫਾਇਦਾ। ਇਹਨਾਂ ਮੈਂ ਕਹਿੰਦਾ ਹੋਇਆ ਅੱਜ ਦੇ ਸਮਾਗਮ ਦਾ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਇਹ ਕਿਸਾਨ ਜੀ ਜਿਹੜੇ ਸਰਦਾਰ ਜੀ, ਇਹ ਕਿੱਥੋਂ ਦੇ, ਕੀ ਨਾਂ ਤੁਹਾਡਾ ਜੀ? ਮੇਰਾ ਨਾਮ ਅਵਤਾਰ ਸਿੰਘ ਜੀ, ਕਿਹੜੇ ਪਿੰਡ ਕਰਨੈਲਗੰਜ ਜੀ, ਹਾਂਜੀ, ਤਹਿਸੀਲ ਭਲੱਥ ਜੀ। ਹਾਂਜੀ ਓਕੇ, ਹਾਂਜੀ, ਇਹ ਗੱਲ ਨੂੰ ਪਹੁੰਚਾਓ। ਤੁਸੀਂ ਦੇਖ ਰਹੇ ਹੋ ਏਸ਼ੀਆ ਪੰਜਾਬੀ ਟੀਵੀ। ਮੈਂ ਕਿਸਾਨ ਆਗੂ ਸਰਦਾਰ ਕਸ਼ਮੀਰ ਸਿੰਘ ਜਥੇਦਾਰ ਜੀ, ਜਿਹੜੇ ਕਿ ਬਹੁਤ ਹੀ ਸਿਰਕੱਢ ਆਗੂ ਨੇ, ਅੱਜ ਕਿਸਾਨ ਮੇਲੇ ਸਨਮਾਨਿਤ ਹੋਏ ਨੇ। ਅਸੀਂ ਪੁੱਛਾਂਗੇ ਕਿ ਇਹਨਾਂ ਨੂੰ ਕਿਉਂ ਸਨਮਾਨਿਤ ਕੀਤਾ ਗਿਆ। ਸਵਾਗਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੇਤੀਬਾੜੀ ਅਫਸਰਾਂ ਨੇ ਅੱਜ ਦੇ ਯੁੱਗ ਵਿੱਚ ਜੋ ਰਹਿੰਦ ਖੂੰਹਦ ਪਰਾਲੀ ਨੂੰ
ਜ਼ਮੀਨ ਦੇ ਵਿੱਚ ਮਿਲਾ ਕੇ ਖੇਤੀ ਕਰਨ ਦਾ ਤਜਰਬਾ, ਜਾਣਕਾਰੀ ਤੇ ਸਹੀ ਢੰਗ ਨਾਲ ਅਸੀਂ ਕੀਤਾ ਕਣਕ ਦੀ ਬਿਜਾਈ। ਇਸ ਕਰਕੇ ਸਾਨੂੰ ਸਨਮਾਨਿਤ ਕੀਤਾ ਗਿਆ ਹੈ। ਔਰ ਕਿਸਾਨ ਮੋਰਚੇ ਵਿੱਚ ਵੀ ਅਸੀਂ ਸਾਰਾ ਪਰਿਵਾਰ ਹਰ ਤਰ੍ਹਾਂ ਦੀ ਸਿੰਘੂ ਬਾਰਡਰ ਕਪੂਰਥਲੇ ਕੋਈ ਅੰਦੋਲਨ ਹੋਵੇ, ਕੋਈ ਧਰਨਾ ਹੋਵੇ, ਉਹਦੇ ਸਹਿਯੋਗ ਸਾਰਾ ਪਰਿਵਾਰ ਸਣੇ ਮੇਰੇ ਪੋਤੀਆਂ, ਸਣੇ ਮੇਰੇ ਪੋਤਰਾ, ਲੜਕਾ, ਘਰਵਾਲੀ ਔਰ ਕਿਸਾਨੀ ਦੇ ਹੱਕ ਵਿੱਚ ਜੋ ਕੁਦਰਤ ਦੇ ਨਿਯਮ ਨੇ ਉਹਨਾਂ ਅਨੁਸਾਰ ਅਸੀਂ ਵਾਹਿਗੁਰੂ ਤੇ ਕਿਸਾਨਾਂ ਦੇ ਮਸੀਹਾ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਜਿਹੜੇ ਕਿਸਾਨਾਂ ਦੇ ਮਸੀਹਾ ਹਨ, ਜਿਨ੍ਹਾਂ ਦੇ ਅਸੀਂ ਵਾਰਸ ਅਖਵਾਉਂਦੇ ਹਾਂ। ਇਸ ਕਰਕੇ ਜੋ ਕੁਦਰਤ ਦੇ ਨਿਯਮ ਹਨ ਉਹਨਾਂ ਮੁਤਾਬਕ ਅਸੀਂ ਖੇਤੀ ਕਰਦੇ ਹਾਂ। ਇਸ ਕਰਕੇ ਸਾਨੂੰ ਜ਼ਿਲ੍ਹਾ ਅਫਸਰ ਨੇ ਸਨਮਾਨਿਤ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਇੱਕ ਹੋਰ ਸਵਾਲ ਹੈ ਕਿ ਕਣਕ ਦੀ ਬਿਜਾਈ ਸਿਰ ਤੇ ਹੈ ਤੇ ਡਾਇਆ ਦੀ ਬਹੁਤ ਕਿੱਲਤ ਆ ਰਹੀ ਹੈ, ਇਹਦੇ ਬਾਰੇ ਡਾਇਆ ਦੀ ਗਲਤ ਬਹੁਤ ਜ਼ਿਆਦਾ ਹੈ, ਪਰ ਅਸੀਂ ਜਿਸ ਤਰ੍ਹਾਂ ਵੀ ਹੋਇਆ ਆਪਣਾ ਡਾਏ ਤੋਂ ਬਗੈਰ ਰਹਿੰਦ ਖੂੰਦ ਜਿਹੜੀ ਹੈ ਉਹ ਵਿੱਚ ਵਾਹੀ, ਘੱਟ ਖਾਦ ਪਾ ਕੇ ਅਸੀਂ ਕਣਕ ਬੀਜੀ। ਕਣਕ ਉਦੋਂ ਜ਼ਿਆਦਾ ਹੋਵੇਗੀ ਸਾਨੂੰ ਆਸ ਹੈ, ਸਾਨੂੰ ਯਕੀਨ ਹੈ। ਸਾਡੇ ਰਹਿਬਰ ਸਿੱਖ ਧਰਮ ਦੇ ਬਾਨੀ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਤੇ ਇਹ ਸਨ ਸਰਦਾਰ ਕਸ਼ਮੀਰ ਸਿੰਘ ਲੱਖਣ ਖੁਰਦ ਦੇ ਜਿਹੜੇ ਕਿ ਲੱਖਣ ਕਲਾਂ ਦੇ ਜਿਹੜੇ ਕਿ ਬਹੁਤ ਸਿਰਕੱਢ ਆਗੂ ਵੀ ਨੇ, ਕਿਸਾਨੀ ਮੋਰਚੇ ਤੇ ਵੀ ਜਾਂਦੇ ਰਹਿੰਦੇ ਨੇ। ਤੇ ਇਹਨਾਂ ਨੇ ਸਾਨੂੰ ਦੱਸਿਆ ਕਿ ਕਿਸਾਨ ਮੇਲੇ 'ਚ ਨਾ ਪਰਾਲੀ ਸਾੜਨ ਕਰਕੇ ਤੇ ਚੰਗੇ ਖੇਤੀ ਤਕਨੀਕਾਂ ਕਰਕੇ ਸਾਨੂੰ ਸਨਮਾਨਿਤ ਕੀਤਾ ਗਿਆ ਹੈ। ਇਹ ਏਸ਼ੀਆ ਪੰਜਾਬੀ ਟੀਵੀ ਨਾਲ ਜੁੜੇ ਹਨ। ਪਹਿਲਾ 1 ਨੰਬਰ 'ਚ ਸਾਨੂੰ ਸਨਮਾਨਿਤ ਕੀਤਾ। ਵੀਰੋ, ਮੈਂ ਜੋਗਾ ਸਿੰਘ, ਥਿੰਦ ਮਸ਼ੀਨਰੀ ਸਟੋਰ ਸੁਲਤਾਨਪੁਰ ਲੋਧੀ ਤੋਂ। ਅੱਜ CRM ਸਕੀਮ ਅਧੀਨ ਇੱਥੇ ਕਪੂਰਥਲਾ ਵਿਰਸਾ ਵਿਹਾਰ ਦੇ ਵਿੱਚ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਇੱਕ ਮੇਲਾ ਲੱਗਿਆ। ਉਹਦੇ ਵਿੱਚ ਅਸੀਂ ਮਸ਼ੀਨਾਂ ਲੈ ਕੇ ਆਏ ਹਾਂ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਵਾਸਤੇ, ਜਿਹਦੇ ਵਿੱਚ ਰਿਵਰਸੀਬਲ ਪਲਾਓ ਲੈ ਕੇ ਆਏ ਹਾਂ ਸ਼ਕਤੀਮਾਨ ਕੰਪਨੀ ਦੇ, ਜਿਹਦੇ ਨਾਲ ਤੁਸੀਂ ਧਰਤੀ ਦੇ ਵਿੱਚ ਪਰਾਲੀ ਨੂੰ ਢੱਕ ਦਿਓਗੇ। ਉਸ ਤੋਂ ਬਾਅਦ ਰੋਟਾਵੇਟਰ ਚਲਾ ਕੇ ਕਣਕ ਬੀਜ ਸਕਦੇ ਹੋ, ਆਲੂ ਲਾ ਸਕਦੇ ਹੋ, ਇਹ ਸਾਰੀਆਂ ਚੀਜ਼ਾਂ ਬੀਜ ਸਕਦੇ ਹਾਂ। ਸ਼ਕਤੀਮਾਨ ਦੇ ਰਿਵਰਸੀਬਲ ਪਲਾਓ ਇਹ ਮਸ਼ੀਨ ਆ ਜੀ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਅੱਜ ਕਣਕ ਬੀਜਣ ਦੀ, ਤੇ ਕਣਕ ਬੀਜਣ ਵਾਸਤੇ ਸਭ ਤੋਂ ਵਧੀਆ ਸੁਪਰ ਸੀਡਰ ਮਸ਼ੀਨ ਕਾਮਯਾਬ ਹੋਈ ਆ। ਇਹ ਸ਼ਕਤੀਮਾਨ ਦੀ ਸੁਪਰ ਸੀਡਰ ਮਸ਼ੀਨ ਆ, ਜਿਹੜੀ ਇੱਕੇ ਟਾਈਮ ਦੇ ਵਿੱਚ ਹੀ ਪਰਾਲੀ ਨੂੰ SMS ਲੱਗਾ ਹੋਵੇ ਖੇਤ ਦੇ ਵਿੱਚ ਔਰ ਉਸ ਦੇ ਨਾਲ ਤੁਰੰਤ ਚਲਾ ਦਿਓ, ਸਾਰੀ ਬਿਜਾਈ ਇਕਸਾਰ ਕਰ ਦੇਗੀ, ਕੋਈ ਪਰਾਲੀ ਨਹੀਂ ਖੇਤ 'ਚ ਦਿਸੇਗੀ ਔਰ ਜਰਮੀਨੇਸ਼ਨ ਜਿਹੜਾ ਤੁਹਾਡਾ ਬਹੁਤ ਵਧੀਆ ਹੋਏਗਾ। ਇਸ ਮਸ਼ੀਨ ਦੀ ਖਾਸੀਅਤ ਆਮ ਮਸ਼ੀਨਾਂ ਨਾਲੋਂ ਆ, ਇਹਦਾ ਜਿਹੜਾ ਇਹ ਰੂਟਰ ਆ ਇਹ ਕੰਪਨੀ ਨੇ ਬਹੁਤ ਵੱਡਾ ਲਾਇਆ ਵਾ। ਜ਼ਿਆਦੀ ਡੂੰਘਾਈ ਦੇ ਵਿੱਚ ਇਹ ਮਸ਼ੀਨ ਪਰਾਲੀ ਨੂੰ ਲੈ ਜਾਊਗੀ, ਜਿਹਦੇ ਨਾਲ ਜਿਹੜਾ ਮਿੱਟੀ ਔਰ ਪਰਾਲੀ ਦਾ ਸਮੇਲ ਜ਼ਿਆਦਾ ਹੋ ਜਾਊਗਾ, ਜਰਮੀਨੇਸ਼ਨ ਵਧੀਆ ਹੋਊਗਾ, ਉੱਪਰ ਪਰਾਲੀ ਬਿਲਕੁਲ ਨਹੀਂ ਝਾਕੂਗੀ। ਔਰ ਸਾਈਡ ਗੇਅਰ ਕੰਪਨੀ ਨੇ ਬਹੁਤ ਹੈਵੀ ਡਿਊਟੀ ਲਾਇਆ ਵਾ, ਜਿਹਦੇ ਨਾਲ ਇਹ ਜਿਹੜਾ ਵਾ ਮਸ਼ੀਨ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ। ਸਾਈਡ ਤੇ ਬੈਕ ਸਾਈਡ ਤੇ ਜੇ ਆਪਾਂ ਜਾਵਾਂਗੇ ਇਸ ਮਸ਼ੀਨ ਦੇ, ਇਹਨੂੰ ਪਿੱਛੇ ਡਿਸਕਾਂ ਲਾਈਆਂ ਵਾ, ਡਿਸਕ ਟਾਈਪ ਮਸ਼ੀਨ ਆ ਇਹ। ਇਹਦੇ 'ਚ ਰਿਪੇਅਰ ਨਹੀਂ ਨਿਕਲਦੀ ਡਿਸਕ ਟਾਈਪ ਦੇ ਵਿੱਚ, ਕੁਛ ਇਹਦਾ ਰਿਪੇਅਰ ਵਾਲਾ ਨਹੀਂ ਫੰਡਾ ਹੈਗਾ, ਬਹੁਤ ਈਜੀ ਕੰਮ ਕਰਦੀ ਆ। ਔਰ ਡਿਪਾਰਟਮੈਂਟ ਇਹਨਾਂ ਮਸ਼ੀਨਾਂ 'ਤੇ ਸਬਸਿਡੀ ਦੇ ਰਿਹਾ ਵਾ। ਜੇ ਆਪਾਂ ਇੱਧਰ ਇਸ ਮਸ਼ੀਨ ਦੀ ਗੱਲ ਕਰੀਏ, ਇਹ ਸ਼ਕਤੀਮਾਨ ਦਾ ਮਲਚਰ ਆ। ਸ਼ਕਤੀਮਾਨ ਦਾ ਮਲਚਰ ਜਿਹੜਾ ਵਾ, ਜਿਹੜੇ ਫਾਰਮਰ ਆਲੂ ਲਾ ਰਹੇ ਆ ਜਾਂ ਕੁਝ ਫਾਰਮਰ ਹੈਪੀ ਸੀਡਰ ਕਰਨ ਤੋਂ ਪਹਿਲਾਂ ਵੀ ਚਲਾ ਰਹੇ ਆ, ਸ਼ਕਤੀਮਾਨ ਦੇ ਮਲਚਰ ਦੇ ਬਹੁਤ ਵਧੀਆ ਰਿਜ਼ਲਟ ਆ। ਘੱਟ ਲੋਡ ਤੇ ਪਰਾਲੀ ਨੂੰ ਇਹ ਖਤਮ ਕਰ ਦਿੰਦਾ ਵਾ। ਖਤਮ ਕਰਨ ਤੋਂ ਬਾਅਦ ਜਿਹੜਾ ਵਾ ਆਪਾਂ ਇਹਨੂੰ ਪਲਾਓ ਚਲਾ ਸਕਦੇ ਹਾਂ, ਮਲਚਰ ਚਲਾ ਸਕਦੇ ਹਾਂ, ਹੈਪੀ ਸੀਡਰ ਚਲਾ ਸਕਦੇ ਹਾਂ ਔਰ ਬਹੁਤ ਸੌਖੇ ਤਰੀਕੇ ਨਾਲ ਜਿਹੜੇ ਆ ਬਿਨਾਂ ਅੱਗ ਲਾਇਆ ਕਣਕ ਬੀਜ ਸਕਦੇ ਹਾਂ। ਔਰ ਇੱਕ ਖਾਸ ਚੀਜ਼ ਇਸ ਵਾਰ ਸ਼ਕਤੀਮਾਨ ਇਸ ਮੇਲੇ ਤੇ ਲੈ ਕੇ ਆਇਆ ਵਾ, ਸਪਰੇਅ ਪੰਪ। ਇਹ ਸਪਰੇਅ ਪੰਪ ਜਿਹੜਾ ਵਾ ਆਮ ਪੰਪਾਂ ਵਾਂਗੂ ਨਹੀਂਗਾ, ਡੈਫਰਨ ਪੰਪ ਆ। ਇਹਨੂੰ ਕੋਈ ਬੈਲਟ ਨਹੀਂ ਹੈਗੀ, ਕੋਈ ਕੁਛ ਨਹੀਂਗਾ, ਸਿੱਧਾ PTO ਨਾਲ ਚੱਲਦਾ ਵਾ। ਔਰ ਇਹਨੂੰ ਜਿਹੜੀਆਂ ਨੌਜਲਾਂ ਵਾ, ਜਿਹੜੀ ਮਰਜ਼ੀ ਨੌਜਲ ਤੁਸੀਂ ਬੰਦ ਕਰ ਸਕਦੇ ਆ, ਜਿਹੜੀ ਮਰਜ਼ੀ ਨੌਜਲ ਤੁਸੀਂ ਕੱਟ ਵਾਲੀ ਕਰ ਲਓ। ਸਿਰਫ ਇੱਕ ਤੁਸੀਂ ਨੌਜਲ ਨੂੰ ਘੁਮਾਉਣਾ ਹੀ ਆ, ਹੋਰ ਕੁਛ ਨਹੀਂ ਕਰਨਾ। ਘੁਮਾਇਆ ਨਾਲ ਹੀ ਉਹ ਇੱਕ ਜਿਹੜੀ ਮਰਜ਼ੀ ਨੌਜਲ ਬੰਦ ਕਰ ਲਓ, ਜਿਹਨੂੰ ਮਰਜ਼ੀ ਆਪਾਂ ਚਲਾ ਸਕਦੇ ਆ। 40 ਲੀਟਰ ਦਾ ਟੈਂਕ ਇਹਨੂੰ ਲੱਗਾ ਹੋਇਆ ਵਾ। ਜਦੋਂ ਆਪਾਂ ਸਪਰੇਅ ਕਰ ਲੈਂਦੇ, ਸਪਰੇਅ ਕਰਨ ਤੋਂ ਬਾਅਦ ਇਹਨੂੰ ਇਹ ਸਾਫ਼ ਕਰ ਦਿੰਦਾ ਵਾ, ਬਿਲਕੁਲ ਵਿੱਚੋਂ ਕਲੀਨ ਕਰ ਦਿੰਦਾ ਵਾ। ਤੇ 15 ਲੀਟਰ ਦੀ ਟੈਂਕੀ ਲੱਗੀ ਹੋਈ ਆ, ਜਿਹੜੀ ਇਹਨੂੰ ਪਾਣੀ ਹੱਥ ਧੋਣ ਵਾਸਤੇ, ਹੋਰ ਕੰਮਾਂ ਵਾਸਤੇ ਵਰਤ ਸਕਦੇ ਆ। ਬਾਕੀ ਸ਼ਕਤੀਮਾਨ ਦੀ ਸਰਵਿਸ ਡੋਰ ਟੂ ਡੋਰ ਆ। ਕਿਸੇ ਵੀ ਵੀਰ ਨੂੰ ਲੋੜ ਹੋਵੇ ਫੋਨ ਕਰੋ,
9417 34 ਤੇ ਉਸੇ ਵੇਲੇ ਹਾਜ਼ਰ ਹਾਂ ਜੀ। ਧੰਨਵਾਦ। ਅੱਜ ਅਸੀਂ ਕਿਸਾਨ ਮੇਲੇ ਦੇ ਵਿੱਚ ਆਏ ਹਾਂ, ਜਿੱਥੇ ਕਿ ਭਾਸ਼ਾ ਵਿਭਾਗ ਮਹਿਕਮੇ ਵੱਲੋਂ ਪ੍ਰਦਰਸ਼ਨੀ ਲਾਈ ਗਈ ਪੁਸਤਕਾਂ ਦੀ। ਇਹਦੇ ਬਾਰੇ ਅਸੀਂ ਬਲਵੀਰ ਸਿੱਧੂ ਜੀ ਨੂੰ ਪੁੱਛਾਂਗੇ, ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਸਤਿ ਸ਼੍ਰੀ ਅਕਾਲ ਜੀ। ਜਿਹੜੀ ਅਸੀਂ ਪ੍ਰਦਰਸ਼ਨੀ ਲਾਈ ਹੈ ਕਿਸਾਨ ਮੇਲੇ ਵਿੱਚ, ਇਹ ਸਾਡੇ ਭਾਸ਼ਾ ਵਿਭਾਗ ਵੱਲੋਂ ਲਗਾਈ ਗਈ ਆ। ਇਹ ਆਪਣੇ ਮਾਨਯੋਗ ਸਕੱਤਰ ਉਚੇਰੀ ਸਿੱਖਿਆ ਤੇ ਭਾਸ਼ਾ ਵਿਭਾਗ ਵੱਲੋਂ ਆਦੇਸ਼ ਹੋਏ ਸਨ ਕਿ ਵੱਧ ਤੋਂ ਵੱਧ ਪ੍ਰਦਰਸ਼ਨੀਆਂ ਲਾਈਆਂ ਜਾਣ ਪੁਸਤਕਾਂ। ਇਸ ਕਰਕੇ ਉਹਦੇ ਆਦੇਸ਼ਾਂ ਦੀ ਪਾਲਣਾ ਵਿੱਚ ਅਸੀਂ ਪ੍ਰਦਰਸ਼ਨੀ ਲਾ ਰਹੇ ਹਾਂ। ਇਹ 'ਚ ਸਾਡੇ ਕੋਲ ਕਾਫੀ ਵਧੀਆ ਪੁਸਤਕਾਂ ਹਨ, ਜਿਹਦੇ ਵਿੱਚ ਮਹਾਨ ਕੋਸ਼ ਆ। ਇਹ 'ਚ ਪੂਰਾ ਕਾਫੀ 'ਚ ਗਿਆਨ ਹੁੰਦਾ ਜੀ। ਆਹ ਸਾਡੇ ਬੁੱਕਸ ਦੇਖ ਲਓ ਜੀ, ਇਹ 'ਚ ਸਾਡੇ ਕਾਫੀ 'ਚ ਪੰਜਾਬੀ ਡਿਕਸ਼ਨਰੀ ਹੁੰਦੀ ਮਹਾਨ ਕੋਸ਼। ਇਹਦੀ ਕਾਫੀ ਮਤਲਬ ਇਹਦੀ ਲਾਗਤ ਆ, ਮਤਲਬ ਇਹਦੀ ਕਾਫੀ ਸੇਲ ਆ। ਤੇ ਬਾਕੀ ਸਾਡੇ ਕੋਲ ਹੋਰ ਹਰ ਤਰ੍ਹਾਂ ਦੇ ਬੁੱਕਸ ਹੁੰਦੀਆਂ, ਲੇਖਕਾਂ ਦੀਆਂ ਬੁੱਕਸ ਹੁੰਦੀਆਂ, ਤੇ ਉਹਨਾਂ ਦਿਸ਼ਾ ਲਾਈਆਂ ਜੀ ਪੁਸਤਕਾਂ। ਬਾਣੀ 'ਚ ਵੀ ਆਉਂਦਾ ਇਹ ਵੀ ਅੱਖਰੀ ਗਿਆਨ ਹੁੰਦਾ। ਕਿਤਾਬਾਂ ਤੋਂ ਕਿੰਨਾ ਕੁ ਗਿਆਨ ਪ੍ਰਾਪਤ ਕਰ ਸਕਦਾ ਅੱਖਰੀ ਗਿਆਨ? ਦੇਖੋ ਜੀ, ਗਿਆਨ ਨਹੀਂ ਸਾਰਾ ਕੁਝ ਹੁੰਦਾ। ਜੇ ਕਿਸਾਨ ਮੇਲਾ ਵੀ ਲੱਗਾ, ਇਹ ਵੀ ਕੋਈ ਕਿਸੇ ਆਪਾਂ ਬੁੱਕਸ ਤੋਂ ਆਪਾਂ ਗਿਆਨ ਪੈਦਾ ਕਰਕੇ ਗਿਆਨ ਅੱਗੇ ਦਿੰਦੇ ਜੀ। ਕਹਿੰਦੇ ਨੇ ਜੇਕਰ ਵਿੱਦਿਆ ਕੋਲ ਤੇਰੇ ਦੇ ਦੇ ਛੱਟਾ ਚਾਰ ਸਪੇਰੇ। ਇਸ ਕਰਕੇ ਸਾਡਾ ਇਹੀ ਦੇਸ਼ ਹੈ ਕਿ ਜਿੰਨਾ ਵੱਧ ਤੋਂ ਵੱਧ ਗਿਆਨ ਲਵੋ ਤੇ ਗਿਆਨ ਦਾ ਉਨਾ ਅੱਗੇ ਦੱਸੋ ਜੀ। ਧੰਨਵਾਦ ਜੀ। ਇਹ ਸਨ ਬਲਵੀਰ ਸਿੱਧੂ ਜੀ, ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿਸਾਨ ਮੇਲੇ 'ਚ ਪ੍ਰਦਰਸ਼ਨੀ ਲਾਉਣ ਦੀ, ਤੇ ਅਸੀਂ ਧੰਨਵਾਦ ਕਰਦੇ ਹਾਂ।